डियर स्टूडेंट्स, लोकतंत्र संबंधी जो उदारवादी सिद्धांत है ਉਹ ਮੰਨਦਾ ਹੈ ਕਿ ਲੋਕਤੰਤਰ ਦੇ ਵਿੱਚ ਸਾਰੇ ਲੋਕ ਸਮਾਨ ਹੁੰਦੇ ਹਨ, ਸਾਰੇ ਲੋਕਾਂ ਦੀ ਰਾਜਨੀਤਿਕ ਕੀਮਤ ਬਰਾਬਰ ਹੁੰਦੀ ਹੈ। ਇਸ ਲਈ ਲੋਕਤੰਤਰ ਸਭ ਤੋਂ ਵਧੀਆ ਕਿਸਮ ਦੀ ਸਰਕਾਰ ਹੈ ਕਿਉਂਕਿ ਸਾਰੇ ਲੋਕਾਂ ਦੀ ਇੱਕੋ ਜਿਹੀ ਸੁਣਵਾਈ ਹੁੰਦੀ ਹੈ ਲੋਕਤੰਤਰ ਵਿੱਚ। ਪਰੰਤੂ ਜਦੋਂ ਲੋਕਤੰਤਰ ਨੂੰ ਪ੍ਰੈਕਟੀਕਲੀ ਅਪਲਾਈ ਕੀਤਾ ਜਾਂਦਾ ਹੈ ਕਿਸੇ ਸਟੇਟ ਵਿੱਚ ਤਾਂ ਸਾਰੇ ਰਾਜਾਂ ਦੇ ਵਿੱਚ ਇੱਕੋ ਜਿਹੇ ਨਤੀਜੇ ਨਹੀਂ ਨਿਕਲਦੇ। ਕਈ ਰਾਜਾਂ ਦੇ ਵਿੱਚ ਲੋਕਤੰਤਰ ਹੈ ਜਿਹੜਾ ਉਹ ਲੋਕਾਂ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਦੀ ਸੁਰੱਖਿਆ ਕਰਨ ਦੇ ਵਿੱਚ ਨਾਕਾਮ ਰਿਹਾ ਹੈ, ਲੋਕਾਂ ਨੂੰ ਸਮਾਨਤਾ ਪ੍ਰਦਾਨ ਕਰਨ ਦੇ ਵਿੱਚ ਨਾਕਾਮ ਰਿਹਾ ਹੈ। ਇਹਨਾਂ ਹੀ ਕਾਰਨਾਂ ਕਰਕੇ ਲੋਕਤੰਤਰ ਦਾ ਜਿਹੜਾ ਉਦਾਰਵਾਦੀ ਸਿਧਾਂਤ ਹੈ ਉਸ ਦੀ ਕਈ ਆਧਾਰਾਂ ਤੇ ਆਲੋਚਨਾ ਕੀਤੀ ਜਾਂਦੀ ਹੈ। ਇਸ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਹੜੇ-ਕਿਹੜੇ ਉਹ ਮੁੱਖ ਆਧਾਰ ਹਨ ਜਿਨ੍ਹਾਂ ਦੇ ਆਧਾਰ ਤੇ ਲੋਕਤੰਤਰ ਦੇ ਉਦਾਰਵਾਦੀ ਸਿਧਾਂਤ ਦੀ ਆਲੋਚਨਾ ਕੀਤੀ ਜਾਂਦੀ ਹੈ। ਲੋਕਤੰਤਰ ਦੇ ਉਦਾਰਵਾਦੀ ਸਿਧਾਂਤ ਦੀ ਆਲੋਚਨਾ ਸਭ ਤੋਂ ਪਹਿਲਾਂ ਤਾਂ ਇਸ ਆਧਾਰ ਤੇ ਕੀਤੀ ਜਾਂਦੀ ਹੈ, ਵਿਸ਼ੇਸ਼ ਕਰਕੇ ਪੈਰੇਟੋ ਨਾਂ ਦਾ ਇੱਕ ਵਿਚਾਰਕ ਹੋਇਆ, ਇਟਲੀ ਦਾ ਸੋਸ਼ੀਓਲੋਜਿਸਟ ਹੋਇਆ। ਉਸਨੇ ਕਿਹਾ ਕਿ ਇਹ ਸਮਾਜਿਕ ਵਿਕਾਸ ਦੀ ਪ੍ਰਕਿਰਿਆ ਤੋਂ ਉਲਟ ਹੈ। ਪੈਰੇਟੋ ਕਹਿੰਦੇ ਨੇ ਕਿ ਸਮਾਜਿਕ ਵਿਕਾਸ ਸੈਂਟਰਲਾਈਜੇਸ਼ਨ ਵੱਲ ਨੂੰ ਜਾਂਦਾ ਹੈ, ਭਾਵ ਕੋਈ ਸੁਸਾਇਟੀ ਜਿੰਨਾ ਵਿਕਾਸ ਕਰਦੀ ਜਾਂਦੀ ਹੈ ਉਹਨਾਂ ਉਹਦੇ ਵਿੱਚ ਕੇਂਦਰੀਕਰਨ ਵੱਧਦਾ ਜਾਂਦਾ ਹੈ। ਪਰੰਤੂ ਲੋਕਤੰਤਰ ਦਾ ਉਦਾਰਵਾਦੀ ਸਿਧਾਂਤ ਵਿਕੇਂਦਰੀਕਰਨ ਦਾ ਸਮਰਥਨ ਕਰਦਾ ਹੈ। ਇਸ ਤਰ੍ਹਾਂ ਪੈਰੇਟੋ ਦੇ ਅਨੁਸਾਰ ਜਿਹੜਾ ਲੋਕਤੰਤਰ ਦਾ ਉਦਾਰਵਾਦੀ ਸਿਧਾਂਤ ਹੈ ਇਹ ਕੁਦਰਤੀ ਵਿਕਾਸ ਦੀ ਜੋ ਪ੍ਰਕਿਰਿਆ ਹੈ ਉਸ ਨੂੰ ਉਲਟਾ ਗੇੜਾ ਦੇਣ ਦੇ ਬਰਾਬਰ ਹੈ। ਉਹ ਪੈਰੇਟੋ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਕਿ ਲੋਕਤੰਤਰ ਦੇ ਵਿੱਚ ਸਾਰੇ ਲੋਕਾਂ ਦੀ ਰਾਜਨੀਤਿਕ ਵੈਲਿਊ ਬਰਾਬਰ ਹੋਵੇ ਅਤੇ ਲੋਕਾਂ ਦੀ ਜਿਹੜੀ ਚੋਣ ਹੈ, ਜੋ ਇਲੈਕਸ਼ਨ ਹੈ, ਸ਼ਾਸਨ ਪ੍ਰਬੰਧ ਲਈ ਜਿਹੜੇ ਲੋਕਾਂ ਨੂੰ ਚੁਣਿਆ ਜਾਣਾ ਹੈ ਉਹ ਚੋਣ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਹੋਵੇ। ਉਹ ਕਹਿੰਦੇ ਨੇ ਕਿ ਲੋਕਤੰਤਰ ਦੇ ਵਿੱਚ ਅਕਸਰ ਚੰਗੇ ਲੋਕਾਂ ਦੀ ਬਜਾਏ, ਉੱਤਮ ਲੋਕਾਂ ਦੀ ਬਜਾਏ ਜਿਹੜੇ ਮਸ਼ਹੂਰ ਲੋਕ ਨੇ ਉਹਨਾਂ ਦੇ ਚੁਣੇ ਜਾਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਅਸੀਂ ਅਕਸਰ ਸਾਡੀ ਰਾਜਨੀਤਿਕ ਪ੍ਰਣਾਲੀ ਵਿੱਚ ਦੇਖਦੇ ਹਾਂ ਭਾਰਤ ਦੇ ਵਿੱਚ ਕਿ ਕਈ ਲੋਕ ਜਿਨ੍ਹਾਂ ਨੇ ਬਿਲਕੁਲ ਵੀ ਕਦੇ ਰਾਜਨੀਤੀ ਦੇ ਵਿੱਚ ਪਾਰਟਿਸਿਪੇਸ਼ਨ ਨਹੀਂ ਕੀਤੀ ਹੁੰਦੀ, ਪਰੰਤੂ ਉਹ ਕੋਈ ਵੱਡੇ ਕਲਾਕਾਰ ਹੁੰਦੇ ਹਨ ਜਾਂ ਹੋਰ ਇਸ ਤਰ੍ਹਾਂ ਦੀ ਪਰਸਨੈਲਿਟੀ ਹੁੰਦੇ ਹਨ ਜਿਨ੍ਹਾਂ ਨੂੰ ਬਹੁਤੇ ਲੋਕ ਜਾਣਦੇ ਹਨ, ਉਹਨਾਂ ਦੇ ਜਿੱਤਣ ਦੇ ਚਾਂਸ ਜ਼ਿਆਦਾ ਹੁੰਦੇ ਹਨ। ਤੇ ਇਸੇ ਕਰਕੇ ਕਈ ਲੋਕ ਜਿਹੜੇ ਡਿਜ਼ਰਵ ਨਹੀਂ ਕਰਦੇ ਉਹ ਲੋਕਤੰਤਰੀ ਸੰਸਥਾਵਾਂ ਦੇ ਵਿੱਚ ਚਲੇ ਜਾਂਦੇ ਹਨ। ਭਾਰਤ ਦਾ ਜਿਹੜਾ ਲੋਕਤੰਤਰ ਹੈ, ਭਾਰਤ ਦੇ ਵਿੱਚ ਵੀ ਉਦਾਰਵਾਦੀ ਲੋਕਤੰਤਰ ਹੈ। ਇਸ ਦੇ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ ਹੈ ਸਾਡੀ ਪਾਰਲੀਮੈਂਟ। ਪਾਰਲੀਮੈਂਟ ਦੇ ਵਿੱਚ ਸਭ ਤੋਂ ਮਹੱਤਵਪੂਰਨ ਅੰਗ ਹੈ ਲੋਕ ਸਭਾ, ਜਿੱਥੇ ਸਾਡੇ ਵੱਖੋ ਵੱਖਰੇ ਹਲਕਿਆਂ ਤੋਂ ਇੱਕ ਨੁਮਾਇੰਦਾ ਚੁਣ ਕੇ ਜਾਂਦਾ ਹੈ, ਸਾਡੀ ਨੁਮਾਇੰਦਗੀ ਕਰਦਾ ਹੈ ਨੈਸ਼ਨਲ ਲੈਵਲ ਤੇ। ਪਰੰਤੂ ਜੋ 2019 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਸ ਹੋਈਆਂ ਹਨ, 543 ਦੇ ਵਿੱਚੋਂ 539 ਸੀਟਾਂ ਦਾ ਰਿਜ਼ਲਟ ਫਸਟ ਸਟੇਜ ਤੇ ਆਇਆ ਸੀ ਤੇ ਉਸ ਰਿਜ਼ਲਟ ਦੇ ਅਨੁਸਾਰ 539 ਲੋਕ ਸਭਾ ਮੈਂਬਰਾਂ ਦੇ ਵਿੱਚੋਂ 233 ਮੈਂਬਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਸੀ, ਜਿਨ੍ਹਾਂ ਤੇ ਕਦੇ ਨਾ ਕਦੇ ਕੋਈ ਕ੍ਰਿਮੀਨਲ ਮੁਕੱਦਮਾ ਦਰਜ ਹੋਇਆ ਸੀ। 539 ਦੇ ਵਿੱਚੋਂ 233 ਦੀ ਜੋ ਰੇਸ਼ੋ ਹੈ ਉਹ ਬਹੁਤ ਵੱਡੀ ਬਣਦੀ ਹੈ, 44% ਬਣਦੀ ਹੈ। ਭਾਵ ਲੋਕਤੰਤਰ ਦੇ ਵਿੱਚ ਉਹ ਸਿਸਟਮ ਹੈ ਜਿੱਥੇ 44% ਕ੍ਰਿਮੀਨਲ ਬਿਰਤੀ ਵਾਲੇ ਲੋਕ ਨੇ, ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਲੋਕ ਨੇ ਜਿਹੜੇ ਉਹ ਸਾਡੇ ਲਈ ਲਾਅ ਮੇਕਰ ਬਣ ਸਕਦੇ ਹਨ। ਇਸ ਕਰਕੇ ਪੈਰੇਟੋ ਕਹਿੰਦੇ ਹਨ ਕਿ ਲੋਕਤੰਤਰ ਹੈ ਜਿਹੜਾ ਉਹ ਸਮਾਜਿਕ ਵਿਕਾਸ ਤੋਂ ਉਲਟੀ ਦਿਸ਼ਾ ਵੱਲ ਨੂੰ ਜਾਂਦਾ ਹੈ। ਦੂਸਰੀ ਆਲੋਚਨਾ ਕੀਤੀ ਜਾਂਦੀ ਹੈ ਲੋਕਤੰਤਰ ਦੀ ਕਿ ਇਹ ਬਹੁਮਤ ਦੀ ਤਾਨਾਸ਼ਾਹੀ ਲਿਆਉਂਦਾ ਹੈ। ਮੋਸਕਾ ਨਾਂ ਦਾ ਇੱਕ ਪੋਲੀਟੀਸ਼ੀਅਨ ਤੇ ਸੋਸ਼ੀਓਲੋਜਿਸਟ ਹੋਇਆ ਇਟਲੀ ਦਾ। ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਬਹੁਮਤ ਦੀ ਤਾਨਾਸ਼ਾਹੀ ਹੁੰਦੀ ਹੈ। ਲੋਕਤੰਤਰ ਦੇ ਵਿੱਚ ਰਾਜਨੀਤਿਕ ਸ਼ਕਤੀ ਦੀ ਵਰਤੋਂ ਵਿਰੋਧੀਆਂ ਨੂੰ ਦਬਾਉਣ ਲਈ ਤੇ ਆਪਣੇ ਆਪ ਨੂੰ ਜਨਤਾ ਦਾ ਮਸੀਹਾ ਦਰਸਾਉਣ ਲਈ ਕੀਤੀ ਜਾਂਦੀ ਹੈ। ਉਹਦੇ ਲਈ ਜਿਹੜੇ ਸਰਕਾਰੀ ਯੰਤਰ ਹੈ ਉਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਸਰਕਾਰੀ ਗ੍ਰਾਂਟਾਂ ਆਪਣੇ ਨਾਂ ਤੇ ਦਿੱਤੀਆਂ ਜਾਂਦੀਆਂ ਹਨ। ਭਾਵ ਹਰ ਉਹ ਕਾਰਜ ਕੀਤਾ ਜਾਂਦਾ ਹੈ ਜਿਸ ਦੇ ਨਾਲ ਇੱਕ ਵਿਅਕਤੀ ਲੋਕਾਂ ਦੇ ਵਿੱਚ ਮਸੀਹੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਸਕੇ, ਫਿਰ ਉਸ ਦੇ ਨਾਂ ਤੇ ਲੋਕਾਂ ਦੀਆਂ ਵੋਟਾਂ ਲਈਆਂ ਜਾ ਸਕਣ। ਲੋਕਤੰਤਰ ਦੀ ਤੀਸਰੀ ਆਲੋਚਨਾ ਕੀਤੀ ਜਾਂਦੀ ਹੈ ਦਲ ਪ੍ਰਣਾਲੀ ਦੇ ਮਾੜੇ ਪ੍ਰਭਾਵਾਂ ਕਾਰਨ। ਰੌਬਰਟ ਮਿਸ਼ੇਲ ਇਹਨਾਂ ਨੇ ਕਿਹਾ ਕਿ ਜਿਹੜੇ ਰਾਜਨੀਤਿਕ ਦਲ ਹਨ ਉਹ ਰਾਸ਼ਟਰੀ ਜੀਵਨ ਤੇ ਬਹੁਤਾ ਵਧੀਆ ਪ੍ਰਭਾਵ ਨਹੀਂ ਪਾਉਂਦੇ, ਉਹ ਰਾਸ਼ਟਰੀ ਜੀਵਨ ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਉਹ ਕਹਿੰਦੇ ਨੇ ਕਿ ਰਾਜਨੀਤਿਕ ਦਲ ਨੇ ਜਿਹੜੇ ਉਹ ਲੋਕਤੰਤਰ ਨੂੰ ਚਲਾਉਣ ਲਈ ਜ਼ਰੂਰੀ ਨੇ। ਰਾਜਨੀਤਿਕ ਦਲਾਂ ਤੋਂ ਬਿਨਾਂ ਲੋਕਤੰਤਰ ਚੱਲ ਨਹੀਂ ਸਕਦਾ। ਪਰੰਤੂ ਰਾਜਨੀਤਿਕ ਦਲ ਕੋਈ ਚੰਗੀਆਂ ਸੰਸਥਾਵਾਂ ਨਹੀਂ ਹਨ। ਰਾਜਨੀਤਿਕ ਦਲ ਨੇ ਜਿਹੜੇ ਉੱਪਰਲੇ ਪੱਧਰ ਦੀਆਂ ਵੰਡੀਆਂ ਨੂੰ ਹੇਠਲੇ ਪੱਧਰ ਤੱਕ ਲੈ ਜਾਂਦੇ ਹਨ। ਲੋਕਾਂ ਨੂੰ ਆਪਸ ਦੇ ਵਿੱਚ ਵੰਡ ਕੇ ਰੱਖਣਾ ਉਹਨਾਂ ਦੇ ਇੰਟਰਸਟ ਦੇ ਵਿੱਚ ਹੁੰਦਾ ਹੈ। ਇਸ ਲਈ ਇਹ ਇੱਕ ਨੈਤਿਕ ਗਿਰਾਵਟ ਦਾ ਕਾਰਨ ਵੀ ਬਣਦਾ ਹੈ ਕਿਸੇ ਸੁਸਾਇਟੀ ਦਾ। ਉਹ ਜਿਹੜੇ ਕੁਝ ਚੁਸਤ ਚਲਾਕ ਕਿਸਮ ਦੇ ਲੋਕ ਹਨ ਉਹਨਾਂ ਨੂੰ ਉਹ ਆਪਣੇ ਨਾਲ ਲਗਾ ਕੇ ਰੱਖਦੇ ਹਨ, ਉਹਨਾਂ ਨੂੰ ਉਹ ਇਲੈਕਸ਼ਨ ਦੇ ਵਿੱਚ ਵਰਤਦੇ ਹਨ। ਇਸ ਤਰ੍ਹਾਂ ਇਹ ਰਾਜਨੀਤੀ ਹੈ ਜਿਹੜੀ ਉਹ ਸੇਵਾ ਦੀ ਬਜਾਏ ਰਾਜਨੀਤੀ
ਆਪਣੇ ਨਿੱਜੀ ਲਾਭਾਂ ਲਈ, ਆਪਣੇ ਨਿੱਜੀ ਫਾਇਦਿਆਂ ਲਈ ਇੱਕ ਤਰ੍ਹਾਂ ਦਾ ਬਿਜ਼ਨਸ ਬਣ ਜਾਂਦੀ ਹੈ। ਵਿਸ਼ੇਸ਼ ਕਰਕੇ ਜਿਹੜੀਆਂ ਵਿਕਾਸਸ਼ੀਲ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਰਾਜਨੀਤੀ ਹੈ ਜਿਹੜੀ ਇੱਕ ਇਸ ਤਰ੍ਹਾਂ ਦਾ ਬਿਜ਼ਨਸ ਬਣਿਆ ਹੋਇਆ ਹੈ, ਜਿੱਥੇ ਕੁਝ ਚੁਸਤ ਚਲਾਕ ਕਿਸਮ ਦੇ ਲੋਕ ਜਿਹੜੇ ਆਰਥਿਕ ਤੌਰ ਤੇ ਥੋੜ੍ਹੇ ਜਿਹੇ ਆਮ ਸੁਸਾਇਟੀ ਤੋਂ ਉੱਪਰ ਹੁੰਦੇ ਹਨ, ਕ੍ਰੀਮੀ ਲੇਅਰ ਕਿਸਮ ਦੇ ਲੋਕ ਨੇ ਜਿਹੜੇ, ਉਹ ਰਾਜਨੀਤਿਕ ਦਲਾਂ ਦੇ ਨੇੜੇ ਲੱਗ ਕੇ ਰਾਜਨੀਤਿਕ ਲਾਹਾ, ਆਰਥਿਕ ਲਾਹਾ ਖੱਟਣ ਦੀ ਕੋਸ਼ਿਸ਼ ਕਰਦੇ ਹਨ। ਰਾਜਨੀਤਿਕ ਸਹਿਭਾਗਤਾ ਕਿਹਾ ਜਾਂਦਾ ਹੈ ਕਿ ਲੋਕਤੰਤਰ ਦੇ ਵਿੱਚ ਯੂਨੀਵਰਸਲ ਫਰੈਂਚਾਈਜ਼ ਹੁੰਦਾ ਹੈ। ਹਰੇਕ ਵਿਅਕਤੀ ਹੈ ਜਿਹੜਾ ਰਾਜਨੀਤੀ ਦੇ ਵਿੱਚ ਪਾਰਟਿਸਿਪੇਟ ਕਰਦਾ ਹੈ। ਪਰੰਤੂ ਮੈਕਲੋਸਕੀ ਨਾਂ ਦੇ ਇੱਕ ਵਿਦਵਾਨ ਹਨ, ਇਹਨਾਂ ਨੇ ਕਿਹਾ ਕਿ ਸਾਰਿਆਂ ਦੀ ਸਹਿਭਾਗਤਾ ਤਾਂ ਹੁੰਦੀ ਹੈ, ਪਰੰਤੂ ਉਸ ਦੀ ਗੁਣਵੱਤਾ ਕੀ ਹੈ, ਉਸ ਦੀ ਕੁਆਲਿਟੀ ਕੀ ਹੈ। ਉਸ ਦੀ ਕੁਆਲਿਟੀ ਹੈ ਜਿਹੜੀ ਮੈਕਲੋਸਕੀ ਕਹਿੰਦੇ ਹਨ ਉਹ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਹੈ। ਉਹ ਕਹਿੰਦੇ ਹਨ ਕਿ ਜੇਕਰ ਲੋਕਤੰਤਰ ਦਾ ਇਤਿਹਾਸ ਦੱਸਦਾ ਹੈ ਕਿ ਰੂਜ਼ਵੈਲਟ ਵਰਗੇ, ਚਰਚਿਲ ਵਰਗੇ ਮਹਾਨ ਨੇਤਾ ਚੁਣੇ ਗਏ ਹਨ, ਜਵਾਹਰ ਲਾਲ ਨਹਿਰੂ ਵਰਗੇ ਮਹਾਨ ਨੇਤਾ ਚੁਣੇ ਗਏ ਹਨ ਲੋਕਤੰਤਰੀ ਪ੍ਰਕਿਰਿਆ ਰਾਹੀਂ, ਉੱਥੇ ਲੋਕਤੰਤਰੀ ਪ੍ਰਕਿਰਿਆਵਾਂ ਰਾਹੀਂ ਹਿਟਲਰ ਵਰਗੇ ਬੰਦੇ ਵੀ ਚੁਣੇ ਗਏ ਹਨ, ਜਿਹੜੇ ਮਨੁੱਖਤਾ ਦੇ ਇੱਕ ਤਰ੍ਹਾਂ ਦੇ ਖਲਨਾਇਕ ਹਨ, ਜਿਨ੍ਹਾਂ ਨੇ ਲੋਕਾਂ ਨੂੰ ਕੋਹ ਕੇ ਮਾਰਿਆ, ਬੜੇ ਤਸੀਹੇ ਦਿੱਤੇ, ਵਿਸ਼ਵ ਨੂੰ ਦੂਸਰੀ ਵਿਸ਼ਵ ਜੰਗ ਦੇ ਵਿੱਚ ਧੱਕਿਆ, ਅਤੇ ਫਿਰ ਜਦੋਂ ਸਾਰਾ ਵਿਸ਼ਵ ਇਹਨਾਂ ਦੇ ਖਿਲਾਫ ਖੜਾ ਹੋ ਗਿਆ ਤਾਂ ਫਿਰ ਆਪਣੇ ਦੇਸ਼ ਦੇ ਟੋਟੇ ਕਰਵਾਏ। ਇਸ ਤਰ੍ਹਾਂ ਜਿਹੜਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ ਉਹ ਜ਼ਰੂਰੀ ਨਹੀਂ ਕਿ ਚੰਗੇ ਲੋਕਾਂ ਨੂੰ ਚੁਣੇ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਕਈ ਵਾਰੀ ਮਾੜੇ ਲੋਕ ਨੇ ਜਿਹੜੇ ਹਿਟਲਰ ਵਰਗੇ, ਉਹ ਵੀ ਲੋਕਾਂ ਦੇ ਹੀਰੋ ਦੇ ਤੌਰ ਤੇ ਇਮਰਜ ਹੋ ਕੇ ਸਾਹਮਣੇ ਆ ਜਾਂਦੇ ਹਨ। ਇਸ ਲਈ ਮੈਕਲੋਸਕੀ ਕਹਿੰਦੇ ਹਨ ਕਿ ਜਿਹੜੇ ਅਣਜਾਣ ਲੋਕ ਹਨ ਉਹਨਾਂ ਦੀ ਰਾਜਨੀਤਿਕ ਭਾਗੀਦਾਰੀ ਅਸ਼ੋਰ ਕਰਨ ਦੀ ਬਜਾਏ ਉਹਨਾਂ ਨੂੰ ਰਾਜਨੀਤਿਕ ਤੌਰ ਦੇ ਪਾਸੇ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਜੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈ, ਪ੍ਰੋਪਰ ਜਾਣਕਾਰੀ ਨਹੀਂ ਹੈ, ਗਿਆਨ ਨਹੀਂ ਹੈ, ਤਾਂ ਉਹ ਜਿਹੜੇ ਵਕਤੀ ਨਾਅਰੇ ਹਨ ਉਹਨਾਂ ਦੇ ਵਿੱਚ ਬਹਿ ਕੇ ਆਪਣੀਆਂ ਵੋਟਾਂ ਕਿਸੇ ਇਸ ਤਰ੍ਹਾਂ ਦੇ ਜਿਹੜਾ ਮੌਕੇ ਦਾ ਹੀਰੋ ਬਣਿਆ ਹੁੰਦਾ ਹੈ ਉਸ ਦੇ ਫੇਵਰ ਵਿੱਚ ਪਾ ਦਿੰਦੇ ਹਨ, ਜਿਹੜਾ ਕਈ ਵਾਰੀ ਸਮੁੱਚੀ ਸੁਸਾਇਟੀ ਦਾ, ਸਮੁੱਚੇ ਦੇਸ਼ ਦਾ ਬਾਅਦ ਦੇ ਵਿੱਚ ਬੇੜਾ ਗਰਕ ਕਰ ਦਿੰਦਾ ਹੈ। ਇਸ ਤਰ੍ਹਾਂ ਮੈਕਲੋਸਕੀ ਕਹਿੰਦੇ ਹਨ ਕਿ ਲੋਕਤੰਤਰ ਦੇ ਵਿੱਚ ਬੇਸ਼ੱਕ ਰਾਜਨੀਤਿਕ ਭਾਗੀਦਾਰੀ ਸਾਰੇ ਲੋਕਾਂ ਦੀ ਹੁੰਦੀ ਹੈ, ਭਾਵ ਗਿਣਾਤਮਕ ਪੱਖ ਤੋਂ, ਕੁਆਂਟੀਟੀ ਦੇ ਪੱਖ ਤੋਂ ਰਾਜਨੀਤਿਕ ਭਾਗੀਦਾਰੀ ਦਾ, ਪੋਲੀਟੀਕਲ ਪਾਰਟਿਸਿਪੇਸ਼ਨ ਦਾ ਬੇਸ ਵੱਡਾ ਹੁੰਦਾ ਹੈ, ਪਰੰਤੂ ਕੁਆਲਿਟੀ ਦੇ ਪੱਖ ਤੋਂ ਇਹ ਬਹੁਤਾ ਚੰਗਾ ਨਹੀਂ ਹੁੰਦਾ। ਪੰਜਵੀਂ ਲੋਕਤੰਤਰ ਦੀ ਆਲੋਚਨਾ ਕੀਤੀ ਜਾਂਦੀ ਹੈ ਕਿ ਗੁਣਾਂ ਨਾਲੋਂ ਗਿਣਤੀ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਉਦਾਰਵਾਦੀ ਲੋਕਤੰਤਰ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੈ, ਕਹਿੰਦਾ ਸਾਰੇ ਵਿਅਕਤੀ ਸਮਾਨ ਹਨ, ਪਰੰਤੂ ਹਰ ਵਿਅਕਤੀ ਦਾ ਆਪਣਾ ਇੰਟੈਲੀਜੈਂਸ ਦਾ, ਮਿਹਨਤ ਦਾ ਲੈਵਲ ਹੁੰਦਾ ਹੈ। ਇਸ ਲਈ ਜਿਹੜੀ ਅਸਮਾਨਤਾ ਹੈ ਉਸ ਨੂੰ ਵੀ ਕੁਦਰਤੀ ਮੰਨਿਆ ਜਾਂਦਾ ਹੈ ਕਿ ਬੇਸ਼ੱਕ ਇੱਕ ਮਨੁੱਖ ਹੋਣ ਦੇ ਨਾਤੇ ਅਸੀਂ ਸਮਾਨ ਹਾਂ, ਪਰੰਤੂ ਆਪਣੀਆਂ ਸਮਰੱਥਾਵਾਂ ਦੇ ਅਨੁਸਾਰ ਅਸੀਂ ਅਸਮਾਨ ਵੀ ਹਾਂ। ਤੇ ਜਦੋਂ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦਾ ਇੱਕੋ ਇੱਕ ਉਦੇਸ਼ ਹੁੰਦਾ ਹੈ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ, ਉਹ ਵੀ ਉਸੇ ਵਰਗ ਨੂੰ ਹੀ ਆਪਣਾ ਟਾਰਗੇਟ ਬਣਾਉਂਦੇ ਹਨ, ਉਸੇ ਵਰਗ ਤੇ ਆਪਣਾ ਜ਼ੋਰ ਲਾਉਂਦੇ ਹਨ ਜਿਹੜਾ ਵਰਗ ਆਸਾਨੀ ਨਾਲ ਵਰਗਲਾਇਆ ਜਾ ਸਕੇ, ਡਰਾਇਆ ਜਾ ਸਕੇ, ਧਮਕਾਇਆ ਜਾ ਸਕੇ। ਇਸ ਲਈ ਗੁਣਾਂ ਨਾਲੋਂ ਲੋਕਤੰਤਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਗੁਣਾਂ ਨਾਲੋਂ ਗਿਣਤੀ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਜਿਹੜੇ ਲੋਕ ਵਿਰੋਧਤਾ ਕਰਦੇ ਹਨ ਰਾਜਨੀਤਿਕ ਦਲਾਂ ਦੀ ਜਾਂ ਕਿਸੇ ਪਾਰਟਿਕੂਲਰ ਪਾਲਿਸੀ ਦੀ ਵਿਰੋਧਤਾ ਕਰਦੇ ਹਨ, ਉਹਨਾਂ ਤੇ ਦੇਸ਼ ਧਰੋਹੀ ਹੋਣ ਦਾ ਥੱਪਾ ਲਗਾ ਦਿੱਤਾ ਜਾਂਦਾ ਹੈ। ਇਹ ਲੋਕਤੰਤਰਾਂ ਦੇ ਵਿੱਚ ਆਮ ਇੱਕ ਪ੍ਰੈਕਟਿਸ ਹੈ ਕਿ ਜਿਹੜਾ ਵਿਅਕਤੀ ਕਿਸੇ ਪਾਰਟੀ ਦੇ ਖਿਲਾਫ, ਕਿਸੇ ਵਿਸ਼ੇਸ਼ ਲੀਡਰ ਦੇ ਖਿਲਾਫ ਕੁਝ ਬੋਲਦਾ ਹੈ ਉਸ ਨੂੰ ਦੇਸ਼ ਧਰੋਹੀ ਗਰਦਾਨ ਦਿੱਤਾ ਜਾਂਦਾ ਹੈ, ਅਤੇ ਜਿਹੜੇ ਮਾਸਸ ਹਨ, ਆਮ ਲੋਕ ਹਨ, ਉਹਨਾਂ ਨੂੰ ਆਪਣੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਪੂਲਿਸਟ ਪਾਲਿਸੀਜ਼ ਬਣਾਈਆਂ ਜਾਂਦੀਆਂ ਹਨ। ਸਰ ਮੁਹੰਮਦ ਇਕਬਾਲ ਨੇ ਕਿਹਾ ਹੈ ਕਿ ਲੋਕਤੰਤਰ ਦੇ ਵਿੱਚ ਸਿਰਾਂ ਨੂੰ ਗਿਣਿਆ ਜਾਂਦਾ ਹੈ, ਤੋਲਿਆ ਨਹੀਂ ਜਾਂਦਾ, ਭਾਵ ਲੋਕਾਂ ਦੀ ਸਿਰਫ ਗਿਣਤੀ ਦੇਖੀ ਜਾਂਦੀ ਹੈ, ਲੋਕਾਂ ਦੀ ਕੁਆਲਿਟੀ ਨਹੀਂ ਦੇਖੀ ਜਾਂਦੀ। ਇਸ ਆਧਾਰ ਤੇ ਵੀ ਲੋਕਤੰਤਰ ਦੀ ਆਲੋਚਨਾ ਕੀਤੀ ਜਾਂਦੀ ਹੈ। ਲੋਕਤੰਤਰ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਯੂਨਾਨ ਦੇ ਵਿੱਚ ਸ਼ੁਰੂ ਹੋਇਆ, ਪਰੰਤੂ ਯੂਨਾਨ ਦੇ ਵਿੱਚ ਜਿਹੜਾ ਵਿਸ਼ਵ ਦਾ ਸਭ ਤੋਂ ਸਿਆਣਾ ਫਿਲਾਸਫਰ ਉਸ ਸਮੇਂ ਦਾ ਮੰਨਿਆ ਜਾਂਦਾ ਸੀ ਸੁਕਰਾਤ, ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਅਧੀਨ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਇਹ ਲੋਕਤੰਤਰ ਕਰਕੇ ਹੀ ਹੈ ਕਿ ਸੁਕਰਾਤ ਵਰਗਾ ਜਿਹੜਾ ਸਿਆਣਾ ਵਿਅਕਤੀ ਸੀ ਯੂਨਾਨੀ ਸਭਿਅਤਾ ਨੇ ਉਸ ਨੂੰ ਗਵਾ ਲਿਆ, ਬਲਕਿ ਉਸ ਨੂੰ ਸਜ਼ਾ ਦਿੱਤੀ, ਉਸ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮੌਤ ਦੀ ਨੀਂਦ ਸੁਲਾ ਦਿੱਤਾ। ਇਸ ਤਰ੍ਹਾਂ ਲੋਕਤੰਤਰ ਹੈ ਜਿਹੜਾ ਉਹ ਸਿਰਫ ਗਿਣਤੀ ਦੀ ਗੱਲ ਕਰਦਾ ਹੈ, ਗੁਣਾਂ ਦੀ ਗੱਲ ਨਹੀਂ ਕਰਦਾ। ਲੋਕਤੰਤਰ ਦੀ ਆਲੋਚਨਾ ਇਸ ਆਧਾਰ ਤੇ ਵੀ ਕੀਤੀ ਜਾਂਦੀ ਹੈ ਕਿ ਲੋਕਤੰਤਰ ਅਮੀਰਾਂ ਦਾ ਸ਼ਾਸਨ ਬਣ ਜਾਂਦਾ ਹੈ, ਆਮ ਲੋਕਾਂ ਦਾ ਸ਼ਾਸਨ ਨਹੀਂ ਹੈ, ਕਿਉਂਕਿ ਇਲੈਕਸ਼ਨ ਦੇ ਕਾਰਨ ਰਾਜਨੀਤਿਕ ਸੱਤਾ ਹੈ ਜਿਹੜੀ ਉਹ ਅਮੀਰਾਂ ਦੇ ਹੱਥ ਵਿੱਚ ਰਹਿੰਦੀ ਹੈ। ਚੋਣਾਂ ਜਿੱਤਣ ਲਈ ਵਿਅਕਤੀ ਨੂੰ ਆਪਣੇ ਆਪ ਨੂੰ ਇਲੈਕਟ੍ਰੋਨਿਕ ਮੀਡੀਆ ਰਾਹੀਂ, ਪ੍ਰੈਸ ਰਾਹੀਂ ਆਪ ਆ ਕੇ ਬਹੁਤ ਥਾਵਾਂ ਤੇ ਰਿਪਰੈਜ਼ੈਂਟ ਕਰਨਾ ਪੈਂਦਾ ਹੈ। ਆਮ ਵਿਅਕਤੀ ਇੰਨਾ ਖਰਚਾ ਨਹੀਂ ਚੱਲ ਸਕਦਾ। ਇਹ ਸਾਰਾ ਕੁਝ ਹੈ ਜਿਹੜੇ ਅਮੀਰ ਲੋਕ ਨੇ ਉਹੀ ਹੈਂਡਲ ਕਰ ਸਕਦੇ ਹਨ। ਚੋਣਾਂ ਦੇ ਵਿੱਚ ਭਾਗ ਲੈਣ ਲਈ
ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਹੁੰਦੀ ਹੈ। ਅੰਨ੍ਹੇਵਾਹ ਜਿਹੜਾ ਪੈਸਾ ਵਹਾ ਸਕਦਾ ਹੈ ਉਹੀ ਇਲੈਕਸ਼ਨ ਜਿੱਤ ਸਕਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਦੇ ਵਿੱਚ ਚੋਣਾਂ ਲੜਨ ਦੇ ਵਿੱਚ ਤਾਂ ਸਾਰੇ ਬਰਾਬਰ ਨੇ, ਹਰ ਕੋਈ ਚੋਣਾਂ ਲੜ ਸਕਦਾ ਹੈ, ਪਰੰਤੂ ਇਹ ਸਮਾਨਤਾ ਚੋਣਾਂ ਜਿੱਤਣ ਦੇ ਸੰਬੰਧ ਵਿੱਚ ਅਪਲਾਈ ਨਹੀਂ ਹੁੰਦੀ। ਚੋਣਾਂ ਜਿੱਤ ਹਰ ਕੋਈ ਨਹੀਂ ਸਕਦਾ। ਚੋਣਾਂ ਜਿੱਤਣ ਦੇ ਜਿਹੜੇ ਚਾਂਸਸ ਹਨ ਉਹ ਅਮੀਰ ਲੋਕਾਂ ਦੇ ਹਮੇਸ਼ਾ ਜ਼ਿਆਦਾ ਹੁੰਦੇ ਹਨ। ਭਾਰਤ ਦੇ ਵਿੱਚ ਜਿਹੜਾ ਕਿ ਇੱਕ ਗਰੀਬ ਦੇਸ਼ ਹੈ, ਵਿਕਾਸਸ਼ੀਲ ਦੇਸ਼ ਹੈ, ਜਿੱਥੇ ਦੁਨੀਆ ਦੀ ਸਭ ਤੋਂ ਜ਼ਿਆਦਾ ਗਰੀਬ ਪਾਪੂਲੇਸ਼ਨ ਨਿਵਾਸ ਕਰਦੀ ਹੈ, ਲੋਕਾਂ ਦੀਆਂ ਮੌਲਿਕ ਜ਼ਰੂਰਤਾਂ ਵੀ ਅਜੇ ਤੱਕ ਪੂਰੀਆਂ ਨਹੀਂ ਹੋ ਸਕੀਆਂ, ਉੱਥੇ ਜਿਹੜਾ 17ਵੀਂ ਲੋਕ ਸਭਾ ਕਨਸਟੀਟਿਊਟ ਹੋਈ ਹੈ 2019 ਵਿੱਚ, ਉਸ ਦੇ ਪਹਿਲੇ ਨਤੀਜਿਆਂ ਦੇ ਵਿੱਚ 539 ਮੈਂਬਰ ਚੁਣੇ ਗਏ ਸੀ ਤੇ ਉਹਨਾਂ ਦੇ ਆਪਣੇ ਐਫੀਡੈਵਿਟ ਜਿਹੜੇ ਦਿੱਤੇ ਹੋਏ ਸੀ ਇਲੈਕਸ਼ਨ ਕਮਿਸ਼ਨ ਨੂੰ, ਉਹਨਾਂ ਦੀ ਸਟੱਡੀ ਦੇ ਆਧਾਰ ਤੇ ਇਹ ਨਤੀਜਾ ਸਾਹਮਣੇ ਆਇਆ ਕਿ ਉਹਨਾਂ ਦੇ ਵਿੱਚੋਂ 475 ਮੈਂਬਰ ਨੇ ਜਿਹੜੇ ਉਹ ਕਰੋੜਪਤੀ ਸੀ, ਭਾਵ 88% ਮੈਂਬਰ ਨੇ ਜਿਹੜੇ ਉਹ ਕਰੋੜਪਤੀ ਸੀ, ਜਦਕਿ ਸਾਡੀ ਸੁਸਾਇਟੀ ਦਾ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 1% ਲੋਕ ਵੀ ਕਰੋੜਪਤੀ ਨਹੀਂ ਹੋਣੇ। ਇਸ ਦਾ ਅਰਥ ਸਪਸ਼ਟ ਹੈ ਕਿ ਚੋਣਾਂ ਲੜਨ ਲਈ ਸਾਰੇ ਬਰਾਬਰ ਹਨ, ਪਰੰਤੂ ਚੋਣਾਂ ਜਿੱਤਣ ਲਈ ਸਾਰੇ ਬਰਾਬਰ ਨਹੀਂ ਹੁੰਦੇ ਲੋਕਤੰਤਰ ਵਿੱਚ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਆਲੋਚਨਾ ਇਸ ਆਧਾਰ ਤੇ ਵੀ ਕੀਤੀ ਜਾਂਦੀ ਹੈ ਕਿ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਸਰਕਾਰ ਦੀ ਸਥਿਰਤਾ ਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ ਕਿ ਸਰਕਾਰ ਸਟੇਬਲ ਹੋਣੀ ਚਾਹੀਦੀ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀਆਂ ਦੋ ਮੁੱਖ ਵੈਰਾਈਟੀਜ਼ ਸਾਨੂੰ ਮਿਲਦੀਆਂ ਹਨ, ਪ੍ਰਧਾਨਗੀ ਪ੍ਰਣਾਲੀ ਅਤੇ ਸੰਸਦੀ ਪ੍ਰਣਾਲੀ। ਬਹੁਤੇ ਰਾਜ ਸੰਸਦੀ ਪ੍ਰਣਾਲੀ ਅਡਾਪਟ ਕਰਦੇ ਹਨ, ਭਾਰਤ ਵਿੱਚ ਵੀ ਸੰਸਦੀ ਪ੍ਰਣਾਲੀ ਹੈ। ਸੰਸਦੀ ਪ੍ਰਣਾਲੀ 'ਚ ਤਾਂ ਸਰਕਾਰ ਦਾ ਕਾਰਜਕਾਲ ਵੀ ਫਿਕਸ ਨਹੀਂ ਹੁੰਦਾ, ਇਹ ਵੀ ਨਹੀਂ ਹੁੰਦਾ ਕਿ ਸਰਕਾਰ ਅਸੀਂ 5 ਸਾਲ ਲਈ ਚੁਣੀ ਹੈ। ਕਾਰਜਕਾਲ ਅਨਿਸ਼ਚਿਤ ਹੋਣ ਕਰਕੇ ਦਲ ਬਦਲੀ ਵਰਗੀਆਂ ਕਈ ਬੁਰਾਈਆਂ ਜਨਮ ਲੈ ਲੈਂਦੀਆਂ ਹਨ। ਅਨੈਤਿਕ ਤਰੀਕਿਆਂ ਨਾਲ ਇੱਕ ਦੂਸਰੀ ਸਰਕਾਰ ਨੂੰ ਠਿੱਬੀ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਸਰਕਾਰ ਗਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜੇ 2020 ਦਾ ਭਾਰਤ ਦਾ ਇਸ ਸੰਬੰਧੀ ਇਤਿਹਾਸ ਵੇਖਿਆ ਜਾਵੇ ਤਾਂ ਸਾਨੂੰ 2020 ਦੇ ਵਿੱਚ ਹੀ ਅਨੇਕਾਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਮਿਲਦੀਆਂ ਹਨ ਜਦੋਂ ਬਹੁਤ ਅਨੈਤਿਕ ਤਰੀਕਿਆਂ ਨਾਲ, ਬਹੁਤ ਘਟੀਆ ਕਿਸਮ ਦੇ ਤਰੀਕਿਆਂ ਨਾਲ ਕਈ ਸਰਕਾਰਾਂ ਨੇ ਜਿਹੜੀਆਂ ਉਹ ਗਿਰੀਆਂ, ਉਹਨਾਂ ਨੂੰ ਗਿਰਾਇਆ ਗਿਆ। ਕਿਉਂਕਿ ਸਰਕਾਰ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ, ਇਸ ਲਈ ਵਿਧਾਨ ਸਭਾ ਦੇ ਮੈਂਬਰਾਂ ਨੂੰ ਦੂਸਰੀਆਂ ਪਾਰਟੀਆਂ ਆਪਣੇ ਫੇਵਰ ਵਿੱਚ ਕਰਕੇ ਉਹਨਾਂ ਤੋਂ ਜਾਂ ਅਸਤੀਫਾ ਦਵਾ ਕੇ ਜਾਂ ਉਹਨਾਂ ਦੀ ਖਰੀਦ ਵੇਚ ਕਰਕੇ ਸਰਕਾਰ ਗਿਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਪਰੰਤੂ ਜੇ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਸਰਕਾਰ ਦੀ ਕਿਸਮ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਸਰਕਾਰ ਦੀ ਸਥਿਰਤਾ। ਅੱਜ ਦੁਨੀਆ ਦੇ ਜਿਹੜੇ ਵੱਡੀਆਂ ਪਾਵਰਸ ਹਨ ਉਹਨਾਂ ਸਾਰਿਆਂ ਦੇ ਵਿੱਚ ਇੱਕ ਸਾਂਝ ਹੈ ਕਿ ਇੱਥੇ ਸਰਕਾਰ ਦੀ ਸਥਿਰਤਾ ਹੈ। ਇੰਗਲੈਂਡ ਜਿਹੜਾ ਕਿ ਛੋਟਾ ਜਿਹਾ ਕੰਟਰੀ ਹੈ ਯੂਰਪ ਦਾ, ਜਿਹਨੇ ਅੱਧੀ ਦੁਨੀਆ ਤੇ ਸ਼ਾਸਨ ਕੀਤਾ ਹੈ, ਸਰਕਾਰ ਦੀ ਸਥਿਰਤਾ ਉੱਥੋਂ ਦੀ ਇੱਕ ਖਾਸੀਅਤ ਹੈ। ਅਮਰੀਕਾ ਜਿਹੜਾ ਦੁਨੀਆ ਦੀ ਸੁਪਰ ਪਾਵਰ ਹੈ, ਸਰਕਾਰ ਦੀ ਸਥਿਰਤਾ ਉੱਥੋਂ ਦੀ ਇੱਕ ਖਾਸੀਅਤ ਹੈ। ਅਫਗਾਨਿਸਤਾਨ ਜਿਹੜਾ ਕਿ ਬਹੁਤ ਬਹਾਦਰ ਲੋਕਾਂ ਦੀ ਧਰਤੀ ਹੈ, ਜਿੱਥੇ ਬਹੁਤ ਜ਼ਿਆਦਾ ਕੁਦਰਤੀ ਸਾਧਨ ਹਨ, ਸਰਕਾਰ ਦੀ ਸਥਿਰਤਾ ਨਾ ਹੋਣ ਕਾਰਨ ਉਹ ਬਹੁਤ ਪਛੜੇ ਹੋਏ ਮੁਲਕਾਂ ਦੇ ਵਿੱਚ ਸ਼ਾਮਲ ਹੈ। ਇਸ ਲਈ ਸਰਕਾਰ ਦੀ ਸਥਿਰਤਾ ਸਰਕਾਰ ਦੀ ਕਿਸਮ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ, ਪਰੰਤੂ ਲੋਕਤੰਤਰ ਦੇ ਵਿੱਚ ਸਰਕਾਰ ਦੀ ਸਟੈਬਿਲਿਟੀ ਨੂੰ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਸਥਿਰਤਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਇੱਕ ਵੱਡੀ ਕਮੀ ਹੈ। ਜਿਹੜੇ ਮਾਰਕਸਵਾਦੀ ਹਨ ਉਹ ਲੋਕਤੰਤਰ ਨੂੰ ਅਸਲੀ ਲੋਕਤੰਤਰ ਨਹੀਂ ਮੰਨਦੇ, ਉਹ ਵੀ ਲੋਕਤੰਤਰ ਦੀ ਆਲੋਚਨਾ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸ ਪ੍ਰਣਾਲੀ ਵਿੱਚ ਸ਼ਕਤੀ ਸਾਰੇ ਲੋਕਾਂ ਕੋਲ ਨਹੀਂ ਹੁੰਦੀ, ਇਹ ਸ਼ਕਤੀ ਹੈ ਜਿਹੜੀ ਸਮਾਜ ਦੇ ਪੂੰਜੀਪਤੀ ਵਰਗ ਕੋਲ, ਅਮੀਰ ਵਰਗ ਕੋਲ ਹੁੰਦੀ ਹੈ। ਇਸ ਦਾ ਆਬਜੈਕਟਿਵ ਵੀ ਸ਼ਕਤੀ ਦਾ ਫਿਰ ਜਨ ਕਲਿਆਣ ਨਹੀਂ ਹੁੰਦਾ, ਇਸ ਦਾ ਆਬਜੈਕਟਿਵ ਵੀ ਫਿਰ ਅਮੀਰ ਕਲਿਆਣ ਹੁੰਦਾ ਹੈ, ਪੂੰਜੀਪਤੀ ਕਲਿਆਣ ਹੁੰਦਾ ਹੈ। ਵੱਧ ਤੋਂ ਵੱਧ ਫਾਇਦਾ ਪੂੰਜੀਪਤੀ ਵਰਗ ਨੂੰ ਪਹੁੰਚਾਉਣਾ ਹੀ ਨੀਤੀਆਂ ਦਾ ਉਦੇਸ਼ ਹੁੰਦਾ ਹੈ। ਮਜ਼ਦੂਰ ਵਰਗ ਨੂੰ ਦਬਾਉਣ ਲਈ ਰਾਜ ਦੀ ਸਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ। ਪਾਲਿਸੀਜ਼ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਹਨ ਜਿਹੜੀਆਂ ਵੱਡੇ ਵੱਡੇ ਕਾਰਪੋਰੇਟਸ ਨੂੰ ਸਪੋਰਟ ਕਰਨ, ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ, ਉਹਨਾਂ ਦੀ ਜੋ ਕੈਪੀਟਲ ਹੈ ਉਹਦੇ ਵਿੱਚ ਵਾਧਾ ਕਰਨ। ਇਸ ਤਰ੍ਹਾਂ ਜਿਹੜੇ ਮਾਰਕਸਵਾਦੀ ਨੇ ਉਹ ਕਹਿੰਦੇ ਉਦਾਰਵਾਦੀ ਲੋਕਤੰਤਰ ਆਮ ਲੋਕਾਂ ਦਾ ਸ਼ਾਸਨ ਨਹੀਂ ਹੁੰਦਾ, ਇਹ ਅਮੀਰ ਲੋਕਾਂ ਦਾ ਸ਼ਾਸਨ ਹੁੰਦਾ ਹੈ, ਅਮੀਰ ਲੋਕਾਂ ਦੇ ਫੇਵਰ ਦੇ ਵਿੱਚ ਹੀ ਕੰਮ ਕਰਦਾ ਹੈ। ਇਹ ਜੋ ਸਾਰੀਆਂ ਆਲੋਚਨਾ ਦੇ ਪੁਆਇੰਟਸ ਅਸੀਂ ਡਿਸਕਸ ਕੀਤੇ ਹਨ ਉਦਾਰਵਾਦੀ ਲੋਕਤੰਤਰ ਦੇ, ਉਸ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਉਦਾਰਵਾਦੀ ਲੋਕਤੰਤਰ ਸੁਤੰਤਰਤਾ, ਸਮਾਨਤਾ, ਭਾਈਚਾਰਾ, ਸਹਿਣਸ਼ੀਲਤਾ ਵਰਗੇ ਸਿਧਾਂਤਾਂ ਤੇ ਆਧਾਰਿਤ ਹੁੰਦਾ ਹੈ। ਜਿਹੜੀ ਇਹਨਾਂ ਸਿਧਾਂਤਾਂ ਤੇ ਆਧਾਰਿਤ ਸ਼ਾਸਨ ਪ੍ਰਣਾਲੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਸਾਨੂੰ ਸਭ ਤੋਂ ਵਧੀਆ ਸ਼ਾਸਨ ਪ੍ਰਣਾਲੀ ਮੰਨਣੀ ਪਵੇਗੀ, ਪਰੰਤੂ ਇਸ ਦੀ ਸਥਾਪਨਾ ਤੇ ਸਫਲਤਾ ਲਈ ਸਮਾਜ ਦਾ ਇੱਕ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਹੈ ਜਿਹੜਾ ਇਸ ਦੇ ਅਨੁਕੂਲ ਹੋਵੇ, ਇਸ ਦੇ ਅਕੋਰਡਿੰਗ ਹੋਵੇ। ਨਹੀਂ ਤਾਂ ਸਮਾਜ ਦਾ ਲੋਕਤੰਤਰੀਕਰਨ ਨਹੀਂ ਹੁੰਦਾ, ਰਾਜਨੀਤੀਕਰਨ ਹੋ ਜਾਂਦਾ ਹੈ। ਲੋਕਤੰਤਰੀਕਰਨ ਦਾ ਭਾਵ ਹੈ ਕਿ ਸਾਰੇ ਪਾਰਟਿਸਿਪੇਟ ਕਰਨ, ਰਾਜਨੀਤੀਕਰਨ ਦਾ ਭਾਵ ਹੈ ਕਿ ਹਰ ਚੀਜ਼ ਨੂੰ ਰਾਜਨੀਤੀ ਦੇ ਵਿੱਚ ਲਪੇਟ ਕੇ ਵੇਖਿਆ ਜਾਵੇ। ਜਿਹੜੇ ਬਹੁਤੀਆਂ ਵਿਕਾਸਸ਼ੀਲ ਡੈਮੋਕ੍ਰੇਸੀਜ਼ ਹਨ ਉਹਨਾਂ ਦੇ ਵਿੱਚ ਲੋਕਤੰਤਰੀਕਰਨ ਦੇ ਨਾਂ ਤੇ ਰਾਜਨੀਤੀਕਰਨ ਹੀ ਵਧੇਰੇ ਹੋਇਆ ਹੈ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਬਹੁ ਗਿਣਤੀ ਦੁਆਰਾ ਘੱਟ ਗਿਣਤੀ ਨੂੰ ਤੇ ਅਮੀਰਾਂ ਦੁਆਰਾ ਗਰੀਬਾਂ ਨੂੰ ਆਮ ਕਰਕੇ ਦਬਾਇਆ ਜਾਂਦਾ ਹੈ।
ਉਦਾਰਵਾਦੀ ਲੋਕਤੰਤਰ ਵਿੱਚ ਸਮਾਜ ਦੇ ਕਮਜ਼ੋਰ ਵਰਗ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਉਪਾਅ ਕੀਤੇ ਜਾਣੇ ਚਾਹੀਦੇ ਹਨ, ਤਾਂ ਹੀ ਜਿਹੜਾ ਉਦਾਰਵਾਦੀ ਲੋਕਤੰਤਰ ਹੈ ਉਹ ਵਾਸਤਵ ਲੋਕਤੰਤਰ ਬਣ ਸਕਦਾ ਹੈ। ਜਿਹੜਾ ਆਧਾਰਭੂਤ ਢਾਂਚਾ ਇਨਫਰਾਸਟ੍ਰਕਚਰ ਦੀ ਅਸੀਂ ਗੱਲ ਕੀਤੀ ਹੈ ਕਿ ਲੋਕਤੰਤਰ ਲਈ ਉਪਯੁਕਤ ਅਪਰੋਪਰੀਏਟ ਇਨਫਰਾਸਟ੍ਰਕਚਰ ਚਾਹੀਦਾ ਹੈ, ਉਸ ਦੇ ਵਿੱਚ ਅਸੀਂ ਮਹੱਤਵਪੂਰਨ ਪਹਿਲੂ ਗਿਣ ਸਕਦੇ ਹਾਂ ਸਰਵ ਵਿਆਪਕ ਸਿੱਖਿਆ। ਜਿੱਥੇ ਸਾਰੇ ਲੋਕ ਐਜੂਕੇਟਡ ਨਹੀਂ ਹਨ ਉੱਥੇ ਉਦਾਰਵਾਦੀ ਲੋਕਤੰਤਰ ਕਾਮਯਾਬ ਨਹੀਂ ਹੋ ਸਕਦਾ। ਆਰਥਿਕ ਸਮਾਨਤਾ, ਜਿੱਥੇ ਆਰਥਿਕ ਤੌਰ ਤੇ ਪਾੜਾ ਬਹੁਤ ਜ਼ਿਆਦਾ ਹੈ, ਅਮੀਰ ਗਰੀਬ ਦਾ ਡਿਫਰੈਂਸ ਬਹੁਤ ਜ਼ਿਆਦਾ ਹੈ, ਉੱਥੇ ਉਦਾਰਵਾਦੀ ਲੋਕਤੰਤਰ ਕਾਮਯਾਬ ਨਹੀਂ ਹੋ ਸਕਦਾ। ਸਮਾਜਿਕ ਸਮਾਨਤਾ, ਜਿੱਥੇ ਜੈਂਡਰ ਦੇ ਆਧਾਰ ਤੇ, ਰੰਗ ਨਸਲ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਸਮਾਜਿਕ ਵਿਤਕਰੇ ਕੀਤੇ ਜਾਂਦੇ ਹਨ, ਭੇਦਭਾਵ ਕੀਤੇ ਜਾਂਦੇ ਹਨ, ਉੱਥੇ ਵੀ ਉਦਾਰਵਾਦੀ ਲੋਕਤੰਤਰ ਸਫਲ ਨਹੀਂ ਹੋ ਸਕਦਾ। ਘੱਟ ਗਿਣਤੀਆਂ ਦੀ ਸੁਰੱਖਿਆ, ਜਿੱਥੇ ਘੱਟ ਗਿਣਤੀਆਂ ਦੀ ਸੁਰੱਖਿਆ ਨਹੀਂ ਕੀਤੀ ਜਾਂਦੀ ਉਸ ਨੂੰ ਅਸੀਂ ਬਹੁਮਤ ਦੀ ਤਾਨਾਸ਼ਾਹੀ ਕਹਿ ਸਕਦੇ ਹਾਂ, ਉਸ ਨੂੰ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ। ਜਿੱਥੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਨਹੀਂ ਕੀਤੀ ਜਾਂਦੀ ਉਸ ਨੂੰ ਵੀ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ। ਇਸ ਲਈ ਜਿਹੜਾ ਇਨਫਰਾਸਟ੍ਰਕਚਰ ਹੈ ਸੋਸਾਇਟੀ ਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਸਰਵ ਵਿਆਪਕ ਸਿੱਖਿਆ ਹੋਵੇ, ਆਰਥਿਕ ਸਮਾਨਤਾ ਹੋਵੇ, ਸਮਾਜਿਕ ਸਮਾਨਤਾ ਹੋਵੇ, ਘੱਟ ਗਿਣਤੀਆਂ ਦੀ ਸੁਰੱਖਿਆ ਲਈ ਉਪਯੁਕਤ ਪ੍ਰਬੰਧ ਹੋਣ ਸੰਵਿਧਾਨ ਦੇ ਵਿੱਚ, ਤਾਂ ਕਿ ਸਰਕਾਰ ਮਨਮਰਜ਼ੀ ਕਰਕੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਵਿਰੋਧਤਾ ਨਾ ਕਰ ਸਕੇ। ਕਮਜ਼ੋਰ ਵਰਗਾਂ ਦੇ ਹਿੱਤਾਂ ਲਈ ਵਿਸ਼ੇਸ਼ ਸੁਰੱਖਿਆ ਕਵਚ ਹੋਣੇ ਚਾਹੀਦੇ ਹਨ, ਤਾਂ ਹੀ ਕੋਈ ਜਿਹੜਾ ਉਦਾਰਵਾਦੀ ਲੋਕਤੰਤਰ ਹੈ ਉਹ ਅਸਲ ਰੂਪ ਦੇ ਵਿੱਚ ਲੋਕਤੰਤਰ ਬਣ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।